सेव कीती संतोखई जिनी सचो सच ते आया। ओनी मंदे पैर ना रखियो कर सुकृत धर्म कमाया। धर्म कमाउणा गुरु साहब जी सानू गुरबाणी दे विच दसदे आ कि धर्मी किवें बनिया जांदा है, पर ओदे वास्ते बहुत गुरु साहब जी की कृपा चाहिदी है। गुरु साहब जी का जप तप चाहिए, गुरु साहब जी का सिमरन करना पैंदा, भगती करनी पैंदी है, बंदगी करनी पैंदी है, तां जाके धर्मी पुरुष बनिया जांदा है। ते इत्थे बस नहीं हुंदी, लोकां दे हक्कां प्रति खड़ना, मजलूमां दी रखिया करनी, किसी गरीब दे प्रति ओदी हेल्प करनी, कोई दुखी है ओदी जिंदगी दे विच खुशी लैके आउणी। इदां ही गुरु साहब जी कहंदे आ कि धर्मी बनिया जा सकदा है। मन दे विच दया होनी जरूरी आ, पर दया तां आउंदी आ जे सब तो पहलां सिमरन कीता होवे। जे सिमरन नहीं कीता ते गुरु साहब जी कहंदे कदे मन दे विच दया नहीं आउणी, ते जे दया नहीं ते फिर धर्मी पुरुष भी कदे नहीं बनिया जा सकदा। ਅਸੀਂ ਪੰਜ ਪਿਆਰੇ ਸਹਿਬਾਨ ਨੇ ਜਿਹੜੇ ਸਾਡੇ, ਉਹਨਾਂ ਦੇ ਜਿਹੜੇ ਨਾਮ ਨੇ ਉਹ ਸਾਡੇ ਵਾਸਤੇ ਇੱਕ ਗੁਣ ਨੇ, ਸਾਡੇ ਵਾਸਤੇ ਬਹੁਤ ਵੱਡੇ। ਜੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ ਤੇ ਬਹੁਤ ਵੱਡੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਸਕਦੀ ਆ। ਪਹਿਲੇ ਨੰਬਰ ਤੇ ਦਇਆ, ਦੂਜੇ ਤੇ ਧਰਮ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਮਨ ਦੇ ਵਿੱਚ ਦਇਆ ਜਦੋਂ ਹੋਏਗੀ ਤੇ ਫਿਰ ਧਰਮੀ ਪੁਰਸ਼ ਬਣਿਆ ਜਾਣਾ। ਤੇ ਦਇਆ ਮਨ ਦੇ ਵਿੱਚ ਯਾਦ ਰੱਖਿਓ ਉਦੋਂ ਆਉਂਦੀ ਏ ਜਿਹੜਾ ਗੁਰਸਿੱਖ ਵੱਧ ਗੁਰਬਾਣੀ ਪੜ੍ਹਦਾ ਹੈ ਤੇ ਜਿਹੜਾ ਗੁਰਸਿੱਖ ਵੱਧ ਸਿਮਰਨ ਕਰਦਾ ਹੈ, ਉਹਦੇ ਮਨ ਦੇ ਵਿੱਚ ਦਇਆ ਹੁੰਦੀ ਹੈ ਤੇ ਫਿਰ ਇਹ ਧਰਮੀ ਪੁਰਸ਼ ਬਣਿਆ ਜਾਂਦਾ। ਤੇ ਵੇਖੋ ਪੁਰਾਤਨ ਸਮੇਂ ਦੇ ਵਿੱਚ ਜਦੋਂ ਆਪਾਂ ਸਿੰਘਾਂ ਦਾ ਇਤਿਹਾਸ ਵਾਚਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਮਾਣ ਜਿਹੜੇ ਉਹ ਮਿਲ ਜਾਣਗੇ ਸਾਨੂੰ। ਪਰ ਯਾਦ ਰੱਖਿਓ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਪਾਂ ਜਿਵੇਂ ਹੁਣ ਗੱਲ ਕਰ ਰਹੇ ਹਾਂ ਬਾਬਾ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਪਵਾਦੜੇ ਵਾਲਿਆਂ ਦੀ, ਤੇ ਇਦਾਂ ਜ਼ਿੰਦਗੀ ਦੇ ਵਿੱਚ ਇਤਿਹਾਸ ਨੂੰ ਜਦੋਂ ਤੁਸੀਂ ਪੜੋਗੇ ਹੋਰ ਵੀ ਕਈ ਅਨੇਕਾਂ ਪ੍ਰਮਾਣ ਮਿਲ ਜਾਣਗੇ, ਪਰ ਉਹਨਾਂ ਦੀ ਮਿਸਾਲ ਬਾਬਾ ਜੀ ਉਹ ਆਪ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਆਪਣੀ ਮਿਸਾਲ ਆਪ ਨੇ ਬਾਬਾ ਜੀ। ਹੁਣ ਸਾਧ ਸੰਗਤ ਜੀ ਕਿਵੇਂ ਪਰ ਉਪਕਾਰੀ ਬਣਿਆ ਜਾਂਦਾ ਜਦੋਂ ਬਾਬਾ ਜੀ ਦੇ ਜੀਵਨ ਨੂੰ ਆਪਾਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਤੇ ਕਿੱਡੀ ਵੱਡੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪਰ ਉਪਕਾਰੀ ਬਣਨਾ, ਪਰ ਉਪਕਾਰੀ ਕਹਾਉਣਾ ਇਹ ਕੋਈ ਸੌਖੀ ਗੱਲ ਨਹੀਂ। ਇਹ ਉਹਨਾਂ ਵੇਲਿਆਂ ਦੇ ਵਿੱਚ ਤੇ ਇਦੋਂ ਵੀ ਜ਼ਿਆਦਾ ਔਖਾ ਸੀ। ਅੱਜ ਕੱਲ ਤੇ ਸਹੂਲਤਾਂ ਬੜੀਆਂ ਨੇ ਪਿਆਰਿਓ। ਪਰ ਵੇਖੋ ਬਾਬਾ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਆ ਸਾਧ ਸੰਗਤ ਜੀ, ਮਹਿਲੀ ਇਲਾਕੇ ਤੋਂ ਲੈ ਕੇ ਇਤਿਹਾਸ ਦੱਸਦਾ ਬਾਬਾ ਜੀ ਦੇ ਜਿਹੜਾ ਜਥਾ ਸੀ। ਮੈਂ ਅੱਜ ਉਹਦੀ ਗੱਲਬਾਤ ਆਪ ਜੀ ਦੇ ਨਾਲ ਕਰਨੀ ਹੈ ਕਿ ਬਾਬਾ ਜੀ ਦੇ ਜਥੇ ਦੀ ਕੈਸੀ ਸ਼ਖਸੀਅਤ ਸੀ, ਉਹਨਾਂ ਦੇ ਜਥੇ ਦੀ ਕਿੱਦਾਂ ਦੀ ਉਸ ਵੇਲੇ ਦਾ ਕਿੱਦਾਂ ਦਾ ਪ੍ਰਭਾਵ ਸੀ, ਉਸ ਜਥੇ ਦੇ ਉੱਤੇ ਗੁਰੂ ਸਾਹਿਬ ਜੀਆਂ ਦੀ ਤੇ ਬਾਬਾ ਜੀ ਦੀ ਕਿੱਡੀ ਵੱਡੀ ਬਖਸ਼ਿਸ਼ ਸੀ, ਕਿੱਦਾਂ ਦੇ ਯੋਧੇ ਸਿੰਘ ਸੂਰਮੇ ਸਨ, ਆਪਣੀਆਂ ਜ਼ਿੰਮੇਵਾਰੀਆਂ ਫਰਜ਼ ਵੀ ਨਿਭਾਉਂਦੇ ਸੀ ਤੇ ਧਰਮ ਪ੍ਰਤੀ ਵੀ ਲੜਦੇ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਿਲੀ ਇਲਾਕੇ ਤੋਂ ਲੈ ਕੇ ਦੱਸਦੇ ਆ ਬੰਗਾ ਤੋਂ ਅੱਗੇ ਖਟਕੜ ਕੜਾਂ ਦੇ ਇਲਾਕੇ ਤੱਕ ਬਾਬਾ ਜੀਆਂ ਦਾ ਜਿਹੜਾ ਉਸ ਵੇਲੇ ਸਾਰੀ ਡਿਊਟੀ ਸੀ ਰੱਖਿਆ ਕਰਦੇ ਸਨ ਤੇ ਜੰਗਲਾਂ ਦੇ ਵਿੱਚ ਵੀ ਰਿਹਾ ਕਰਦੇ ਸਨ। ਬਾਬਾ ਜੀ ਦੇ ਨਾਲ ਇਤਿਹਾਸ ਦੱਸਦਾ ਹੈ ਬਾਬਾ ਜੀ ਦੀ ਕਮਾਂਡ ਹੇਠ 200 ਸਿੰਘ ਹੁੰਦਾ ਸੀ, 200 ਸਿੰਘ ਹੁੰਦਾ ਸੀਗਾ ਤੇ ਉਹ ਜੰਗਲਾਂ ਦੇ ਵਿੱਚ ਰਿਹਾ ਕਰਦੇ ਸਨ। ਹੁਣ ਇੱਥੇ ਇੱਕ ਮਿੰਟ ਬੇਨਤੀ ਤੁਸੀਂ ਧਿਆਨ ਦੇ ਨਾਲ ਸਰਵਣ ਕਰਨੀ ਖਾਲਸਾ ਜੀ। ਕੱਲਾ ਜੰਗਲਾਂ ਦੇ ਵਿੱਚ ਹੀ ਨਹੀਂ ਰਹਿੰਦੇ ਸਨ, ਉਹ ਤੇ ਐਡੇ ਪਿਆਰ ਵਾਲੇ ਗੁਰਸਿੱਖਰੇ ਮਰ ਜੀਵੜੇ ਸਿੱਖ ਸੀ ਬਾਬਾ ਜੀਆਂ ਦੇ ਯੋਧੇ। ਜਦੋਂ ਇਤਿਹਾਸ ਨੂੰ ਪੜ੍ਹਦੇ ਹੈਰਾਨ ਹੁੰਨੇ ਆ ਕਿ ਐਸੇ ਮਹਾਨ ਯੋਧੇ ਸਨ ਬਾਬਾ ਜੀ ਦੇ ਨਾਲ ਜਿਹੜੇ ਘਰ ਪ੍ਰਤੀ ਵੀ ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ, ਵਫਾਦਾਰੀਆਂ ਨਿਭਾ ਕੇ ਘਰ ਦੀਆਂ ਡਿਊਟੀਆਂ ਵੀ ਕਰਦੇ ਸਨ। ਤੇ ਜਦੋਂ ਧਰਮ ਲਈ ਕਿਤੇ ਲੋੜ ਪੈਂਦੀ ਸੀ, ਜਦੋਂ ਪਤਾ ਲੱਗਦਾ ਸੀਗਾ ਕਿ ਕਿਤੇ ਕਿਸੇ ਤੇ ਕੋਈ ਮੁਸ਼ਕਲ ਬਣੀ ਹੈ, ਸਭ ਕੁਝ ਆਪਣਾ ਛੱਡ ਕੇ ਤੇ ਉਸ ਵੇਲੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਤੁਰ ਪੈਂਦੇ ਸਨ। ਏਦਾਂ ਦਾ ਬਾਬਾ ਜੀਆਂ ਦੇ ਉਹਨਾਂ ਤੇ ਪ੍ਰਭਾਵ ਪਾਇਆ ਹੋਇਆ ਸੀਗਾ ਬਾਬਾ ਜੀ ਦੀ ਵਿਚਾਰਧਾਰਾ ਨੇ। ਇਦਾਂ ਦਾ ਪ੍ਰਭਾਵ ਪਾਇਆ ਹੋਇਆ ਸੀ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਦੀ। ਇਦਾਂ ਦੀ ਉਹਨਾਂ ਦੀ ਜਿਹੜੀ ਵਿਚਾਰ ਸੀ ਕਿ ਜਿਹੜਾ ਇੱਕ ਵਾਰੀ ਉਹਨਾਂ ਦੇ ਅਨਮੋਲ ਬਚਨ ਸੁਣ ਲੈਂਦਾ ਸੀ ਨਾ,
ਕਿਆ ਬਾਤਾਂ, ਗੁਰੂ ਸਾਹਿਬ ਜੀ ਦੀ ਐਸੀ ਬਖਸ਼ਿਸ਼ ਹੋ ਜਾਂਦੀ ਸੀ, ਉਹ ਬਾਬਾ ਜੀਆਂ ਦਾ ਤੇ ਗੁਰੂ ਦਾ ਸਿੱਖ ਬਣ ਜਾਂਦਾ ਸੀ ਤੇ ਬਾਬਾ ਜੀ ਦੇ ਜਥੇ ਦੇ ਵਿੱਚ ਸ਼ਾਮਲ ਹੋ ਜਾਂਦਾ ਸੀਗਾ। ਤੇ ਸੰਗਤ ਜੀ, ਉਸ 200 ਕਮਾਂਡ ਬਾਬਾ ਜੀ ਦੇ ਹੇਠਾਂ, 200 ਸਿੰਘ ਬਾਬਾ ਜੀ ਦੀ ਕਮਾਂਡ ਹੇਠਾਂ ਰਿਆ ਕਰਦੇ ਸੀ। 100 ਜਿਹੜੇ ਸਨ ਦੱਸਦੇ ਨੇ, ਕਹਿੰਦੇ ਪੈਦਲ ਸੀ, ਬਾਕੀ ਘੋੜ ਸਵਾਰਾਂ ਦੇ ਸਨ। ਇਦਾਂ ਬਾਬਾ ਜੀ ਨੇ ਜਥੇ ਪੰਜ ਜਥੇ ਵੀ ਬਾਬਾ ਜੀ ਨੇ ਬਣਾਏ ਹੋਏ ਸੀ, 5 ਸਿੰਘਾਂ ਦੇ। ਤੇ ਏਡੀ ਵੱਡੀ ਬਖਸ਼ਿਸ਼ ਸੀ, ਇੱਕ ਸਿੰਘ, ਕਿਉਂਕਿ ਜਿਹੜਾ ਬਾਣੀ ਪੜਨ ਵਾਲਾ ਹੁੰਦਾ ਨਾ, ਗੁਰੂ ਸਾਹਿਬ ਜੀ ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਏ ਤਹਿ ਸੂਰਾ। ਜਿਹੜਾ ਬਾਣੀ ਦੇ ਨਾਲ ਜੁੜ ਜਾਂਦਾ ਨਾ, ਸ਼ਹਾਦਤ ਵੀ ਉਹੀ ਪ੍ਰਾਪਤ ਕਰ ਸਕਦਾ। ਜੇ ਪੜ੍ਹਦੇ ਆ ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਆਪਾਂ ਪੜ੍ਹਦੇ ਆ ਤੇ ਉਹ ਚਾਅ ਪੈਦਾ ਹੁੰਦਾ ਹੈ ਗੁਰਬਾਣੀ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਕਰਨ ਦੇ ਨਾਲ। ਤੇ ਬਾਬਾ ਜੀ ਦੇ ਨਾਲ ਸਿੰਘ ਰਹਿਣ ਵਾਲੇ ਸਾਰੇ ਹੀ ਅੰਮ੍ਰਿਤਧਾਰੀ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਉਹਨਾਂ ਨੇ ਸਾਧ ਸੰਗਤ ਜੀ ਬਾਣੀ ਦਾ ਵੀ ਕਦੇ ਨਾਗਾ ਨਹੀਂ ਸੀ ਪਾਇਆ। ਉਹ ਸਿੰਘ ਜ਼ਾਲਮ ਭਾਵੇਂ ਕਹਿੰਦੇ ਉਹਨਾਂ ਨੇ ਬੰਦ ਕੱਟਤੇ ਉਹਨਾਂ ਦੇ, ਪਰ ਸਿੰਘਾਂ ਨੇ ਕਦੇ ਪਾਠ ਨਹੀਂ ਸੀ ਛੱਡਿਆ ਜਪ ਜੀ ਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਚੜ੍ਹਦੀ ਕਲਾ ਵਾਲੇ ਸਿੰਘ ਮਹਾਨ ਯੋਧੇ ਸੀਗੇ। ਐਸੀ ਉਹਨਾਂ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸੀ। ਤੇ ਇੱਕ ਸਿੰਘ ਮੈਂ ਅਰਜ ਕਰਨ ਲੱਗਾ ਸੀਗਾ, 10 ਸਰਕਾਰੀ ਜਿਹੜੇ ਦੁਸ਼ਮਣ ਸੀ, ਉਹਨਾਂ ਵੇਲੇ ਦੇ ਹਾਕਮ ਸੀ, ਜ਼ਾਲਮ ਲੋਕ ਸੀ, ਉਹਨਾਂ ਤੇ ਭਾਰੀ ਪੈ ਜਾਂਦਾ ਸੀ। ਏਡੀ ਵੱਡੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸੀਗਾ। ਤੇ ਇਲਾਕੇ ਦਾ ਵੀ ਸਾਥ ਸੀ। ਜੰਗਲ ਦੇ ਵਿੱਚ ਜਦੋਂ ਰਹਿੰਦੇ ਸਨ ਤੇ ਉਸ ਵੇਲੇ ਦੀ ਸੰਗਤ ਜਿਹੜੀ ਸੀ, ਨੇੜੇ ਦੇ ਪਿੰਡ ਸਨ, ਇਲਾਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਸਾਡੀ ਜਿਹੜੀ ਰੱਖਿਆ ਹੈ, ਜੇ ਸਾਡੀਆਂ ਜਿਹੜੀਆਂ ਵਧੀਆਂ ਸਹੂਲਤਾਂ ਨੇ, ਜੇ ਅੱਜ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ, ਤੇ ਉਹ ਇੱਕ ਬਾਬਾ ਜੀ ਦੀ ਬਦੌਲਤ, ਇਹਨਾਂ ਸਿੰਘਾਂ ਸ਼ਹੀਦਾਂ ਦੀ ਬਦੌਲਤ। ਤੇ ਮੈਂ ਤੇ ਅੱਜ ਵੀ ਸਟੇਜਾਂ ਤੇ ਕਹਿਣਾ ਹੁੰਨਾ, ਜਿਹੜੇ ਅੱਜ ਸੁੱਖਾਂ ਦੇ ਆਨੰਦ ਮਾਣਦੇ ਆ ਨਾ ਅਸੀਂ, ਇਹ ਉਹਨਾਂ ਸ਼ਹੀਦਾਂ ਸਿੰਘਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡ ਕੇ ਆਪਣੀਆਂ ਜਾਨਾਂ ਵਾਰੀਆਂ। ਇਹ ਉਹਨਾਂ ਦੇ ਕਰਕੇ ਹੈ ਸਾਰਾ ਕੁਝ, ਅੱਜ ਅਸੀਂ ਸੁੱਖਾਂ ਦਾ ਆਨੰਦ ਮਾਣ ਰਹੇ। ਸ਼ਹੀਦਾਂ ਸਿੰਘਾਂ ਦੇ ਵਿੱਚ ਏਡੀ ਵੱਡੀ ਪਾਵਰ ਹੁੰਦੀ ਹੈ ਖਾਲਸਾ ਜੀ, ਯਾਦ ਰੱਖਣਾ। ਸ਼ਹੀਦ ਸਿੰਘ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਬੜੀ ਹੁੰਦੀ ਹੈ ਸਾਧ ਸੰਗਤ ਜੀ। ਐਵੇਂ ਥੋੜਾ ਕਿਤੇ ਸ਼ਹੀਦਾਂ ਦਾ ਰੁਤਬਾ, ਮਾਣ, ਜਿਹੜੇ ਖਿਤਾਬ ਨੇ ਉਹ ਮਿਲਦੇ ਨੇ ਸ਼ਹੀਦਾਂ ਦੇ। ਸਰੋਹ ਵਿਚਾਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਬਾਬਾ ਜੀ ਦੇ ਨਾਲ ਐਸੇ ਸਿੰਘ ਸੀ ਤੇ ਨਾਲ ਦੀ ਨਾਲ ਉਹ ਰੱਖਿਆ ਵੀ ਕਰਿਆ ਕਰਦੇ ਸਨ। ਤੇ ਜਿਹੜੇ ਇਲਾਕੇ ਦੇ ਲੋਕ ਸਨ, ਉਹ ਬਾਬਾ ਜੀ ਦਾ ਬਹੁਤ ਮਾਨ ਸਤਿਕਾਰ ਕਰਦੇ ਸੀਗੇ, ਦੇਵਤਿਆਂ ਵਾਂਗੂ ਪੂਜਦੇ ਸੀ, ਦੇਵਤਿਆਂ ਵਾਂਗੂ ਬਾਬਾ ਜੀ ਦੇ ਜਿਹੜੇ ਸਿੰਘ ਸੀਗੇ, ਉਹਨਾਂ ਦੀ ਸਾਰੀ ਜਿਹੜੀ ਸਹੂਲਤ ਸੀ, ਉਹ ਨੇੜੇ ਦੇ ਸਾਰੇ ਜਿੰਨੇ ਇਲਾਕੇ ਦੇ ਸਿੰਘ ਹੁੰਦੇ ਸੀ, ਉਹਨਾਂ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਸੀਗੀ। ਤੇ ਸਾਰੇ ਹੀ ਜਿਹੜੇ ਨੇ ਉਹ ਉਹਨਾਂ ਦੀ ਰੱਖਿਆ ਕਰਿਆ ਕਰਦੇ ਸਨ। ਹੁਣ ਹੁੰਦਾ ਕੀ ਹੈ, ਧਿਆਨ ਦੇਣਾ ਹੈ। ਉਹ ਜਿਹੜਾ ਸਮਾਂ ਸੀ ਨਾ, ਬਹੁਤ ਜ਼ਿਆਦਾ ਭਿਆਨਕ ਸੀਗਾ। ਉਹ ਸਮਾਂ ਕੋਈ ਸੌਖਾ ਸਮਾਂ ਨਹੀਂ ਸੀ। ਉਹਨਾਂ ਵੇਲਿਆਂ ਦੇ ਵਿੱਚ 40 ਸਾਲ ਬਾਬਾ ਜੀ ਨੇ ਜਥੇ ਦੀ ਜਥੇਦਾਰੀ ਨਿਭਾਈ ਹੈ। ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਪਵਾਦੜੇ ਵਾਲਿਆਂ ਨੇ 40 ਸਾਲ ਆਪਣੀ ਜ਼ਿੰਦਗੀ ਦੇ ਵਿੱਚ ਰਹਿ ਕੇ ਜਥੇਦਾਰੀ ਨਿਭਾਉਣ ਦਾ ਜਿਹੜਾ ਮਾਣ ਪ੍ਰਾਪਤ ਉਹ ਬਾਬਾ ਜੀ ਨੂੰ ਹੋਇਆ। ਤੇ ਸੈਂਕੜੇ ਹਜ਼ਾਰਾਂ ਬੀਬੀਆਂ, ਬਹੂ, ਬੇਟੀਆਂ ਦੀਆਂ ਇੱਜ਼ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕਦੀਆਂ ਇੱਜ਼ਤਾਂ ਬਚਾਈਆਂ। ਇੱਥੇ ਹੀ ਬਸ ਨਹੀਂ, ਜਦੋਂ ਲੋੜ ਪੈਂਦੀ ਸੀ ਹਰ ਇੱਕ ਦੇ ਨਾਲ ਆਪਣਾ ਆਪ ਵਾਰਨ ਤੱਕ ਜਾਂਦੇ ਸੀ, ਖੜ ਜਾਂਦੇ ਸੀ ਬਾਬਾ ਜੀ ਦੇ ਨਾਲ। ਤੇ ਉਦੋਂ ਸਮਾਂ ਵੀ ਇਦਾਂ ਦਾ ਭਿਆਨਕ ਸੀ, ਕੋਈ ਅੱਜ ਵਰਗਾ ਸਮਾਂ ਨਹੀਂ ਸੀ। ਮੈਂ ਬੇਨਤੀ ਕਰਦਾ ਹੁੰਦਾ, ਉਦੋਂ ਤੇ ਕੋਈ ਸਹੂਲਤ ਨਹੀਂ ਸੀ ਇੰਨੀ। ਅੱਜ ਕੱਲ ਤੇ ਸਹੂਲਤਾਂ ਬਹੁਤ ਨੇ ਨਾ, ਪਰ ਉਦੋਂ ਕੋਈ ਇੰਨੀਆਂ ਵੱਡੀਆਂ ਸਹੂਲਤਾਂ ਨਹੀਂ ਸਨ। ਸਾਧ ਸੰਗਤ ਜੀ, ਅੱਜ ਤੇ ਆ ਪਿੰਡਾਂ ਦੇ ਵਿੱਚ ਜਿਹੜੀਆਂ ਉਦੋਂ ਉਹਨਾਂ ਵੇਲਿਆਂ ਦੇ ਵਿੱਚ ਨਾ, ਅੱਜ ਹੁਣ ਜਿਵੇਂ ਸਾਡੇ ਅਸੀਂ ਮਾਲਕੀ ਤੇ ਜ਼ਗੀਰਾਂ ਸਾਡੀਆਂ ਪੱਕੀਆਂ ਨੇ, ਜ਼ਮੀਨਾਂ ਜਾਇਦਾਦਾਂ ਜਿਹੜੀਆਂ ਪੱਕੀਆਂ ਨੇ, ਪਰ ਇਤਿਹਾਸ ਦੱਸਦਾ ਕਿ ਪਿੰਡ ਦੀਆਂ ਜਿਹੜੀਆਂ ਨੇ ਸਾਧ ਸੰਗਤ ਜੀ, ਉਹਨਾਂ ਵੇਲਿਆਂ ਦੀਆਂ ਜਿਹੜੀਆਂ ਹੱਦਬੰਦੀਆਂ ਸਨ, ਪਿੰਡ ਦੀਆਂ ਹੱਦਬੰਦੀਆਂ ਉਹਨਾਂ ਦੇ ਵਿੱਚ ਜ਼ਰੂਰ ਹੁੰਦੀਆਂ ਸੀ, ਪਰ ਉਹਨਾਂ ਦੇ ਵੇਲਿਆਂ ਦੇ ਵਿੱਚ ਮਾਲਕੀਅਤ ਜਿਹੜੀ ਹੈ, ਇਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਨੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਇਆ, ਉਦੋਂ ਸਭ ਜ਼ਗੀਰਦਾਰੀਆਂ ਮੁਗਲਾਂ ਦੀਆਂ ਜਿਹੜੀਆਂ ਸਾਨੂੰ ਖਤਮ ਕੀਤੀਆਂ। ਤੇ ਬਾਬਾ ਜੀ ਨੇ ਜਿਹੜੇ ਜੱਟ ਜ਼ਿਮੀਂਦਾਰ, ਗਰੀਬ ਕਿਸਾਨ ਲੋਕ ਨੇ, ਜਿਹੜੇ ਉਸ ਵੇਲੇ ਦੇ ਜੱਟ ਜ਼ਿਮੀਂਦਾਰ ਸੀਗੇ, ਗਰੀਬ ਸੀ, ਭਾਵੇਂ ਕੋਈ ਹਿੰਦੂ ਸੀ, ਭਾਵੇਂ ਕੋਈ ਮੁਸਲਮਾਨ ਸੀ, ਭਾਵੇਂ ਕੋਈ ਸਿੱਖ ਸੀ, ਮੁਸਲਮਾਨ ਸਨ, ਉਹ ਜਿੰਨੇ ਵੀ ਸਨ, ਸਾਰਿਆਂ ਦੇ ਨਾਲ ਬਾਬਾ ਜੀ ਨੇ ਇਹ ਜਿਹੜੀਆਂ ਮਾਲਕ ਤੇ ਜ਼ਗੀਰਾਂ ਬਣਾਈਆਂ, ਇਹ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ। ਤੇ ਅੱਜ ਕੁਝੀਆਂ ਸਾਜ਼ਿਸ਼ਾਂ ਹੋ ਨਹੀਂ ਰਹੀਆਂ, ਕਿਤੇ ਅੱਜ ਵੀ ਉਹ ਜਿਹੜਾ ਇਤਿਹਾਸ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ। ਕਿਵੇਂ ਕੀਤਾ ਜਾ ਰਿਹਾ ਤੁਸੀਂ ਇਸ਼ਾਰਾ ਸਮਝ ਲਓਗੇ। ਅੱਜ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਸਿੱਖ ਕੌਮ ਦੇ ਬਾਦਸ਼ਾਹ ਨੇ,
ਤੇ ਸਿੱਖ ਰਾਜ ਦੇ ਜਿਹੜੇ ਸਿੱਕੇ ਚਲਾਏ ਉਹ ਵੀ ਜਿਹੜਾ ਮਾਣ ਪ੍ਰਾਪਤ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਚਲਾਏ, ਜਿਹੜੇ ਸਿੱਕੇ ਚਲਾਏ ਸੀਗੇ। ਤੇ ਉਹਨਾਂ ਨੇ ਸਾਨੂੰ ਜ਼ਗੀਰਦਾਰੀਆਂ ਉਹਨਾਂ ਵੇਲੇ 'ਚ ਖਤਮ ਕਰਕੇ ਸਰਕਾਰੀ ਹਾਕਮਾਂ ਤੋਂ ਉਹਨਾਂ ਨੇ ਇਹ ਕਿਹਾ ਸਾਰਾ ਕੁਝ ਛਡਵਾ ਕੇ ਕਿ ਜਿਹੜਾ ਵਾਹ ਰਿਹਾ ਜ਼ਮੀਨ ਇਹੀ ਹੀ ਇਹਦਾ ਮਾਲਕੀਅਤ ਹੋ ਸਕਦਾ ਹੈ। ਸਾਨੂੰ ਜ਼ਮੀਨਾਂ ਦੇ ਮਾਲਕੀਅਤ ਬਣਾਇਆ, ਸਾਡੇ ਨਾਲ ਜ਼ਗੀਰਾਂ ਲਾਈਆਂ, ਜ਼ਮੀਨਾਂ ਲਾਈਆਂ, ਤੇ ਅੱਜ ਉਹੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਡੇ ਕੋਲ ਫਿਰ ਦੁਬਾਰਾ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਾਨੂੰ ਅੱਜ ਡਟ ਕੇ ਸਾਥ ਦੇਣਾ ਚਾਹੀਦਾ ਉਹਨਾਂ ਵੀਰਾਂ ਦੇ ਜਿਹੜੇ ਦਿੱਲੀ ਧਰਨਿਆਂ ਤੇ ਬੈਠੇ ਨੇ, ਕਿਉਂਕਿ ਉਹ ਸਾਡੇ ਕੋਲ ਫਿਰ ਦੁਬਾਰਾ ਉਹੀ ਸਿਸਟਮ ਜਿਹੜਾ ਉਦੋਂ ਮੁਗਲ ਰਾਜ ਦੇ ਸਮੇਂ ਦਾ ਸੀਗਾ ਉਹ ਸਾਡੇ 'ਚ ਲਿਆਉਣਾ ਚਾਹੁੰਦੇ ਹੈ। ਤੇ ਉਦੋਂ ਤੇ ਇਦਾਂ ਦਾ ਸਮਾਂ ਸੀ, ਮੁਗਲ ਬਾਦਸ਼ਾਹ ਜਿਹੜਾ ਆਪਣੀ ਤੋਜੀਕੇ ਬਾਬਰ, ਜਿਹੜੀ ਉਹਨੇ ਬਾਬਰ ਕਿਤਾਬ ਲਿਖੀ ਹੈ ਨਾ, ਉਹਦੇ ਵਿੱਚ ਉਹ ਇੱਥੋਂ ਤੱਕ ਲਿਖਦਾ ਹੈ ਕਿ ਮੈਂ ਇਦਾਂ ਦਾ ਸਮਾਂ ਵੀ ਵੇਖਿਆ। ਉਹ ਮੁਗਲ ਬਾਦਸ਼ਾਹ ਬਾਬਰ ਬਾਦਸ਼ਾਹ ਆਪ ਦੱਸਦਾ ਹੈ, ਬਹਾਦਰ ਬਾਦਸ਼ਾਹ ਆਖਦਾ ਹੈ, ਕਹਿੰਦਾ ਹੈ ਇਦਾਂ ਦਾ ਸਮਾਂ ਵੀ ਸੀਗਾ ਕਿ ਜਦੋਂ ਮੈਂ ਇੱਕ ਦਿਨ ਪਹਿਲਾਂ ਜਾਂਦਾ ਸੀ, ਉੱਥੇ ਇੱਕ ਪਿੰਡ ਵਸਿਆ ਹੁੰਦਾ ਸੀ, ਥੋੜੇ ਜਿਹਾ ਘਰ ਵਸੇ ਹੁੰਦੇ ਸੀ। ਦੂਜੇ ਦਿਨ ਜਾਣਾ ਇਦਾਂ ਲੱਗਦਾ ਸੀ ਜਿਵੇਂ ਇੱਥੇ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ। ਉਦਾਂ ਦੇ ਸਮੇਂ ਦੇ ਵਿੱਚ ਰਹਿ ਕੇ ਬਾਬਾ ਗੋਦੜੀਆਂ ਸਿੰਘ ਜੀਆਂ ਨੇ ਜੰਗਲਾਂ ਦੇ ਵਿੱਚ ਰਹਿ ਕੇ, ਮੁਸ਼ਕਲਾਂ ਦੇ ਵਿੱਚ ਰਹਿ ਕੇ ਸਾਹਮਣਾ ਕਰਕੇ ਡਟ ਕੇ ਮੁਕਾਬਲਾ ਕੀਤਾ ਜ਼ਾਲਮ ਜਰਮਾਨਿਆਂ ਦਾ। ਤੇ ਉਹਨਾਂ ਵੇਲਿਆਂ ਦੇ ਵਿੱਚ ਸਿੱਖਾਂ ਦੀ ਹੈਲਪ ਕੀਤੀ, ਗਰੀਬਾਂ ਦੀ ਮਦਦ ਕੀਤੀ। ਏਦਾਂ ਪਰ ਉਪਕਾਰੀ ਤੇ ਧਰਮੀ ਬਣਿਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿਹੜੀਆਂ ਫਿਰ ਬਹੂ ਬੇਟੀਆਂ ਨੂੰ ਛਡਵਾ ਕੇ ਲਿਆਉਂਦੇ ਹੁੰਦੇ ਸੀ ਨਾ, ਤੇ ਅਨੰਦਪੁਰ ਸਾਹਿਬ ਤੋਂ ਨੇ ਬਾਬਾ ਜੀ, ਜ਼ਿਕਰ ਆਇਆ ਇਤਿਹਾਸ ਦੇ ਵਿੱਚ ਬਾਬਾ ਕਿਰਪਾ ਸਿੰਘ ਜੀ ਜਿਹੜੇ ਨੇ, ਤੇ ਅਨੰਦਪੁਰ ਸਾਹਿਬ ਵਾਲੇ, ਤੇ ਨਾਲ ਉਹਨਾਂ ਦੇ ਸਨ ਮਾਤਾ ਦਲੀਪ ਕੌਰ ਜੀ, ਬੀਬੀ ਦਲੀਪ ਕੌਰ ਜੀ। ਇਹ ਸਾਰੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਕਰਿਆ ਕਰਦੇ ਸਨ। ਤੇ ਇੱਥੋਂ ਤੱਕ ਵੀ ਲਿਖਿਆ ਉਹਨਾਂ ਨੂੰ ਗੱਤਕਾ ਵੀ ਸਿਖਾਇਆ ਕਰਦੇ ਸਨ। ਤੇ ਜਦੋਂ ਸ਼ਾਂਤੀਮਈ ਮਾਹੌਲ ਬਣ ਜਾਂਦਾ ਸੀਗਾ ਕਿ ਪਤਾ ਲੱਗ ਜਾਂਦਾ ਸੀ ਕਿ ਹੁਣ ਮਾਹੌਲ ਟਿਕਾਊ ਦੇ ਵਿੱਚ ਹੈ, ਉਹਨਾਂ ਬੀਬੀਆਂ ਨੂੰ, ਉਹਨਾਂ ਬਹੂ ਬੇਟੀਆਂ ਨੂੰ, ਜਾਂ ਹੋਰ ਜਿੰਨੇ ਗਰੀਬ ਜ਼ਾਲਮ ਜਰਵਾਣਿਆਂ ਦੇ ਕੋਲੋਂ ਇਹਨਾਂ ਨੂੰ ਛਡਾ ਕੇ ਲਿਆਂਦਾ ਸੀਗਾ, ਉਹਨਾਂ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਕਰਦੇ ਸਨ। ਐਸੇ ਧਰਮੀ ਸਿੱਖ ਸੀਗੇ ਤੇ ਐਸੀ ਗੁਰੂ ਸਾਹਿਬ ਜੀਆਂ ਦੀ ਬਖਸ਼ਿਸ਼ ਸੀਗੀ। ਉਹਨਾਂ ਤੇ ਸਾਧ ਸੰਗਤ ਜੀ ਉਹ ਇੱਕ ਇੱਕ ਸਿੰਘ ਦੇ ਵਿੱਚ ਬੜੀ, ਉਹਨਾਂ ਦੇ ਬਾਬਾ ਗੋਦੜੀਆ ਸਿੰਘ ਜੀ ਦੀ ਜੇ ਮੈਂ ਗੱਲ ਕਰਾਂ, ਹਰ ਵੇਲੇ ਤਿਆਰ ਬਰ ਖਾਲਸਾ ਸੀ। ਹਰ ਵੇਲੇ ਤਿਆਰ ਬਰ ਰਹਿੰਦੇ ਸਨ। ਬਾਬਾ ਗੋਦੜੀਆ ਸਿੰਘ ਜੀ ਭੱਠੇ ਦੇ ਵਿੱਚ ਤੀਰ ਰੱਖਦੇ ਸਨ, ਹਰ ਵੇਲੇ ਰਾਈਫਲ ਆਪਣੇ ਨਾਲ ਰੱਖਦੇ ਸਨ। ਬਾਬਾ ਗੋਦੜੀਆ ਸਿੰਘ ਜੀ ਬਿਲਕੁਲ ਸ਼ਾਸਤਰ ਵਸਤਰ ਸਜਾ ਕੇ ਚੰਗੀ ਤਰ੍ਹਾਂ ਤਿਆਰ ਬਰ ਰਹਿੰਦੇ ਸਨ। ਚੁਸਤੀ ਫੁਰਤੀ ਦੇ ਨਾਲ ਹੀ ਹੁੰਦਾ ਹੈ। ਤੇ ਇਹ ਸਾਰਾ ਕੁਝ ਬਾਣੀ ਦੇ ਵਿੱਚ ਮਿਲਦਾ ਹੈ। ਇਹਨੂੰ ਕਹਿੰਦੇ ਨੇ ਧਰਮ ਕਮਾਉਣਾ, ਜਿਹੜਾ ਬਾਬਾ ਗੋਦੜੀਆ ਸਿੰਘ ਜੀ ਨੇ ਉਸ ਭਿਆਨਕ ਸਮੇਂ ਦੇ ਵਿੱਚ ਜੰਗਲਾਂ ਦੇ ਵਿੱਚ ਰਹਿ ਕੇ ਕਮਾਇਆ ਹੈ। ਤੇ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ ਜਿਹੜੇ ਦੁਨੀਆ ਵਾਸਤੇ ਲੜਦੇ ਆ, ਦੇਸ਼ ਬਦਲੇ, ਪੰਥ ਬਦਲੇ, ਕੌਮ ਬਦਲੇ, ਅਣਖ ਬਦਲੇ, ਜ਼ਮੀਰ ਬਦਲੇ, ਜਿਹੜੇ ਲੜਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਨਹੀਂ ਤੇ ਹੋਰ ਕਿਸੇ ਨੂੰ ਅੱਜ ਯਾਦ ਨਹੀਂ ਕਰਨਾ, ਨਾ ਗਾ ਸਾਨੂੰ ਕਿਸੇ ਨੇ ਕਰਨਾ। ਇਹ ਉਹਨਾਂ ਦਾ ਹੀ ਸਤਿਕਾਰ ਹੁੰਦਾ ਹੈ, ਉਹਨਾਂ ਨੂੰ ਹੀ ਪੂਜਿਆ ਜਾਂਦਾ ਹੈ ਜਿਨ੍ਹਾਂ ਨੇ ਪਰ ਉਪਕਾਰੀ ਜਿਹੜੇ ਧਰਮ ਕਮਾਇਆ ਹੁੰਦਾ, ਪਰ ਉਪਕਾਰੀ ਯੋਧੇ ਬਣੇ ਹੁੰਦੇ ਆ, ਜਿਵੇਂ ਕਿ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ।